ਅੱਜ ਦਾ ਵਲੌਗ ਸਟਾਰਟ ਕਰਦੇ ਹਾਂ ਜੀ। ਬਹੁਤ ਵਧੀਆ ਅੱਜ ਦਾ ਵਲੌਗ ਹੋਣ ਲੱਗਾ, ਕਿਉਂਕਿ ਅੱਜ ਦੇ ਵਲੌਗ ਵਿੱਚ ਅਸੀਂ ਇੱਕ ਧੀ ਦੀ ਹੱਡਬੀਤੀ ਤੁਹਾਡੇ ਨਾਲ ਰਾਹੀਂ ਸਾਂਝੀ ਕਰਨੀ ਆ। ਗੱਲ ਉਹ ਇੰਝ ਹੈ ਕਿ ਇੱਕ ਪਿਓ ਫੌਤ ਹੋ ਜਾਂਦਾ ਕਿਸੇ ਦਾ ਬਜ਼ੁਰਗ, ਤੇ ਉਹਦਾ ਕਫਨ ਦਫਨ ਦਾ ਇੰਤਜ਼ਾਮ ਕਰਦੇ ਆ, ਉਹਨੂੰ ਕਬਰਸਤਾਨ ਲੈ ਕੇ ਜਾਂਦੇ ਆ। ਤੇ ਕਬਰਸਤਾਨ ਜਦੋਂ ਲੈ ਕੇ ਜਾਂਦੇ ਆ ਤੇ ਮੌਲਵੀ ਸਾਹਿਬ ਉੱਥੇ ਜਨਾਜ਼ਾ ਪੜ੍ਹਾਉਣ ਤੋਂ ਪਹਿਲਾਂ ਇੱਕ ਐਲਾਨ ਕਰਦੇ ਆ। ਉਹ ਕਹਿੰਦੇ ਆ ਕਿ ਬਈ ਕਿਸੇ ਨੇ ਬਜ਼ੁਰਗਾਂ ਨੇ ਕਿਸੇ ਕੋਈ ਕਰਜ਼ ਇਹਨਾਂ ਦਾ ਦੇਣਾ ਵਾ ਜਾਂ ਇਹਨਾਂ ਕੋਲ ਲੈਣਾ ਕਿਸੇ ਨੇ, ਤੇ ਕੋਈ ਹੱਥ ਖੜਾ ਕਰੇ। ਇਹਨਾਂ ਦੇ ਪੁੱਤ ਮੌਜੂਦ ਆ, ਉਹ ਇੱਕ ਕਰਜ਼ ਦੇਣਗੇ ਵੀ। ਅਗਰ ਕਿਸੇ ਨੇ ਲੈਣਾ ਵਾ ਤੇ ਉਹ ਇਹ ਦੇਣਗੇ, ਅਗਰ ਕਿਸੇ ਨੇ ਦੇਣਾ ਤੇ ਇਹਨਾਂ ਦੇ ਪੁੱਤਾਂ ਨਾਲ ਗੱਲ ਕਰ ਲਓ। ਉੱਥੇ ਜਦੋਂ ਮੌਲਵੀ ਨੇ ਐਲਾਨ ਕੀਤਾ ਤੇ ਉੱਥੇ ਇੱਕ ਨਾ ਬੰਦਾ ਉੱਠ ਪਿਆ। ਉਹਨੇ ਕਿਹਾ ਜੀ ਮੈਂ ਇਸ ਬਜ਼ੁਰਗ ਕੋਲ ਜਿਹੜਾ ਇਹ ਫੌਤ ਹੋਇਆ ਨਾ, ਇਹ ਬਜ਼ੁਰਗ ਕੋਲੋਂ ਮੈਂ 20 ਲੱਖ ਰੁਪਈਆ ਲੈਣਾ ਵਾ। ਤੇ ਉਹ ਮੌਲਵੀ ਸਾਹਿਬ ਨੇ ਕਿਹਾ ਹਾਂਜੀ ਆ ਇਹਦੇ ਪੁੱਤ ਆ ਤੇ ਇਹਨਾਂ ਨਾਲ ਗੱਲ ਕਰ ਲਓ। ਤੇ ਕੁਛ ਬੰਦਿਆਂ ਨੇ ਕਿਹਾ ਜੀ ਜਨਾਜ਼ੇ ਤੋਂ ਬਾਅਦ ਇਹ ਗੱਲ ਕਰ ਲੈਣ ਇਹਨਾਂ ਨਾਲ ਤੇ ਇਹ ਦੇ ਦੇਣਗੇ। ਉਹ ਬਾਬੇ ਨੇ ਕਿਹਾ ਨਹੀਂ ਨਹੀਂ, ਮੈਂ ਹੁਣੇ ਹੀ ਗੱਲ ਕਰਨੀ ਆ, ਤੇ ਜਨਾਜ਼ਾ ਪੜ੍ਹਨ ਤੋਂ ਪਹਿਲਾਂ ਹੀ ਮੈਂ ਨਾ ਇਹ ਪੈਸੇ ਲੈਣੇ ਆ, ਫਿਰ ਮੈਂ ਜਨਾਜ਼ਾ ਪੜ੍ਹਨ ਦੇਣਾ, ਨਹੀਂ ਤੇ ਜਨਾਜ਼ਾ ਇੱਥੇ ਰੱਖ ਦਿਓ, ਤੁਸੀਂ ਘਰਾਂ ਨੂੰ ਚੱਲ ਜਾਓ। ਜਿੰਨ ਦਿਨ ਮੇਰੇ ਪੈਸੇ ਨਾ ਆਏ ਉਨੀ ਦੇਰ ਮੈਂ ਜਨਾਜ਼ਾ ਨਹੀਂ ਪੜ੍ਹਨ ਦੇਣਾ। ਉਹ ਖੈਰ ਗੱਲ ਇਹ ਆ ਕਿ ਉਹ ਮੌਲਵੀ ਸਾਹਿਬ ਕਹਿੰਦੇ ਹਾਂਜੀ, ਉਹਦੇ ਮੁੰਡਿਆਂ ਨੂੰ ਕਹਿੰਦੇ ਆ ਕਿ ਬਈ ਇਹਦੇ 20 ਲੱਖ ਰੁਪਈਆ ਵਾ ਇਹਦੇ ਸਿਰ ਕਰਜ਼ਾ, ਤੇ ਇਹ ਕਰਜ਼ਾ ਦਿਓ ਤੇ ਫਿਰ ਇਹ ਜਨਾਜ਼ਾ ਪੜ੍ਹਨ ਦੇਣਗੇ। ਉਹ ਹੁਣ ਜਦੋਂ ਮੁੰਡਿਆਂ ਕੋਲ ਬੰਦਿਆਂ ਨੇ ਕਿਹਾ ਹਾਂ ਬਈ, ਉਹ ਮੁੰਡਿਆਂ ਨੇ ਕਿਹਾ ਬਈ ਅਸੀਂ ਤਾਂ ਪੈਸੇ ਕੋਈ ਨਹੀਂ ਦੇਣੇ, ਭਾਵੇਂ ਸਾਡੇ ਪਿਓ ਨੂੰ ਕਬਰ 'ਚ ਤਾਰੋ, ਦਫਨਾਓ ਜਾਂ ਨਾ ਦਫਨਾਓ। ਉਹ ਬੇਈਮਾਨ ਸੀ, ਨਾਫਰਮਾਨ ਸੀ ਔਲਾਦ। ਮੈਂ ਨਾਫਰਮਾਨ ਦੀ ਗੱਲ ਸੁਣਾਉਣ ਲੱਗਾ ਤੁਹਾਨੂੰ, ਇੱਕ ਧੀ ਦੀ ਹੱਡਬੀਤੀ ਤੇ ਇੱਕ ਨਾਫਰਮਾਨ ਪੁੱਤਾਂ ਦੀ। ਕਿਉਂਕਿ ਕੁਛ ਲੋਕ ਜ਼ਿਆਦਾ ਪੁੱਤਾਂ ਦਾ ਬੜਾ ਖਿਆਲ ਕਰਦੇ ਨਾ, ਪੁੱਤ ਜੰਮੇ ਤੇ ਮਠਿਆਈਆਂ, ਧੀਆਂ ਜੰਮਣ ਤੇ ਕੁਛ ਵੀ ਨਹੀਂ, ਸੋਗ ਪੈ ਜਾਂਦਾ ਬੜਾ ਕੁਛ। ਪੁੱਤਾਂ ਦੇ ਜੰਮਣ ਤੇ ਬੱਕਰੇ ਵੀ ਚੱਲਦੇ ਆ, ਅੱਜ ਦੇ ਆ ਇੱਥੇ ਮੈਂ ਕਹਿੰਦਾ ਐਸੇ ਜਿਵੇਂ ਵਿਆਹ ਤੋਂ ਜ਼ਿਆਦਾ ਫੰਕਸ਼ਨ ਕਈ ਕਰਦੇ ਆ, ਤੇ ਧੀ ਜੰਮੇ ਤੇ ਐ ਸੋਗਵਾਰ ਹੋ ਜਾਂਦੇ। ਮੈਂ ਅੱਜ ਵੰਡ ਕਰਕੇ ਦੱਸਣੀ ਤੁਹਾਨੂੰ, ਧੀ ਚੰਗੀ ਕਿ ਪੁੱਤ ਚੰਗਾ। ਤੁਸੀਂ ਇਹ ਕਮੈਂਟਾਂ ਵਿੱਚ ਮੈਨੂੰ ਇਸ ਗੱਲ ਦੀ ਵੰਡ ਕਰਕੇ ਦੱਸਣੀ ਆ। ਗੱਲ ਉਹ ਇੰਝ ਕਿ ਉਹਨਾਂ ਨੇ ਜਵਾਬ ਦੇ ਦਿੱਤਾ। ਉਹਨਾਂ ਨੇ ਕਿਹਾ ਅਸੀਂ ਇਹ ਭਾਵੇਂ ਜਨਾਜ਼ਾ ਮੌਲਵੀ ਸਾਹਿਬ ਤੁਸੀਂ ਪੜ੍ਹਾਓ ਜਾਂ ਨਾ ਪੜ੍ਹਾਓ, ਅਸੀਂ ਇਹਦੇ ਬਾਬੇ ਦੇ ਪੈਸੇ ਆਪਣੇ ਦੇ ਨਹੀਂ ਦੇਣੇ। ਉਹ ਬੰਦੇ ਖਿੱਲਰ ਪੁੱਲਰ ਗਏ। ਇੱਕ ਬੱਚਾ ਉੱਥੋਂ ਭੱਜਿਆ, ਉਹਨੇ ਰੇਸ ਲਾਈ, ਉਹਨਾਂ ਦੇ ਘਰ ਤੱਕ ਗੱਲ ਆ ਕੇ ਪਹੁੰਚੀ। ਉਹਨੇ ਆ ਕੇ ਦੱਸਿਆ, ਉਹਨੇ ਕਿਹਾ ਬਈ ਘਰ ਆ ਕੇ ਉਹਨੇ ਰੌਲਾ ਪਾਤਾ। ਉਹਨੇ ਕਿਹਾ ਵੀ ਬਾਬੇ ਦਾ ਜਨਾਜ਼ਾ ਹੀ ਨਹੀਂ ਹੋਇਆ, ਬੰਦੇ ਸਾਰੇ ਚਲੇ ਗਏ ਘਰਾਂ ਨੂੰ। ਉਹ ਬੀਬੀਆਂ ਨੇ ਪੁੱਛਿਆ ਕੀ ਗੱਲ ਹੋਈ। ਉਹਨੇ ਕਿਹਾ ਗੱਲ ਐਵੇਂ ਹੋਈ ਕਿ ਉਹ ਇੱਕ ਬੰਦਾ, ਉਹਦੇ ਵਿੱਚੋਂ ਮੌਲਵੀ ਨੇ ਐਲਾਨ ਕੀਤਾ ਬਾਈ ਕਿਸੇ ਨੇ ਇਹਦੇ ਪੈਸੇ ਲੈਣੇ ਜਾਂ ਦੇਣੇ ਤੇ ਦੱਸੋ। ਇੱਕ ਬੰਦਾ ਉੱਠਿਆ, ਉਹਨੇ ਕਿਹਾ 20 ਲੱਖ ਰੁਪਈਆ ਮੈਂ ਜਿਹੜਾ ਨਾ ਇਸ ਬਜ਼ੁਰਗ ਕੋਲ ਲੈਣਾ ਵਾ। ਤੇ ਉਹ ਹੁਣ ਜਦੋਂ ਗੱਲ ਘਰ ਉਹਨਾਂ ਦੇ ਬੁੜੀਆਂ ਬੈਠੀਆਂ ਸੀ, ਹੋਰ ਵੀ ਰਿਸ਼ਤੇਦਾਰ ਵੀ ਆਏ ਸੀ, ਆਲੇ ਮਹੱਲੇ ਵਾਲੇ, ਕਿਸੇ ਬੁੜੀਆਂ ਚੁੱਪ ਕਰ ਗਈਆਂ। ਉਹ ਹੁਣ ਮੁੰਡੇ ਨੇ ਕਿਹਾ ਕਿ ਬਈ ਉਹ ਜਿਹੜੇ ਚਾਚੂ ਨਹੀਂ ਨਾਲ ਗਏ ਸੀ ਨਾ ਮੁੰਡੇ ਬਾਬੇ ਦੇ ਪੁੱਤ, ਤੇ ਉਹਨਾਂ ਨੇ ਵੀ ਇਨਕਾਰ ਕਰਤਾ। ਉਹਨਾਂ ਨੇ ਕਿਹਾ ਬਾਬੇ ਨੂੰ ਭਾਵੇਂ ਦਫਨਾਓ ਤੇ ਭਾਵੇਂ ਨਾ ਦਫਨਾਓ, ਅਸੀਂ ਪੈਸੇ ਕੋਈ ਨਹੀਂ ਦੇ, ਅਸੀਂ ਪੈਸੇ ਨਹੀਂ ਇਹ ਦੇ ਸਕਦੇ। ਹੁਣ ਮੈਂ ਗੱਲ ਇੱਥੇ ਇਹ ਸੁਣਾਉਣਾ ਚਾਹੁੰਦਾ ਕਿ ਧੀ ਤੇ ਪੁੱਤ ਦੀ ਗੱਲ। ਉਹ ਉੱਥੇ ਉਹਦੀ ਧੀ ਸੁਣਦੀ ਪਈ ਸੀ, ਉਹਨੇ ਉੱਥੋਂ ਦੌੜ ਲਾਈ, ਜਾ ਕੇ ਜਨਾਜ਼ਗਾ ਚਲੀ ਗਈ। ਉਹਨੇ ਜਾ ਕੇ ਕਿਹਾ ਕਿਹਨੇ ਮੇਰੇ ਪਿਓ ਦੇ ਕੋਲੋਂ ਪੈਸੇ ਲੈਣੇ ਆ। ਉਹ ਬਾਬਾ ਉੱਠ ਪਿਆ, ਉਹਨੇ ਕਿਹਾ ਮੈਂ ਲੈਣੇ ਆ। ਉਹਨੇ ਆਪਣੇ ਕੰਨਾਂ ਦੀਆਂ ਡੰਡੀਆਂ ਲਾ ਕੇ, ਸੋਨੇ ਦੀਆਂ ਡੰਡੀਆਂ, ਤੇ ਇੱਕ ਉਹਦੇ ਗਲ 'ਚ ਹਾਰ ਸੀ, ਉਹਨੇ ਲਾ ਕੇ ਤੇ ਬਾਬੇ ਦੇ ਕੋਲ ਉਹਨੂੰ ਐਂ ਕਰਕੇ ਫੜਾਤਾ। ਉਹਨੇ ਕਿਹਾ ਬਾਬਾ ਜੀ ਆ ਜਿੰਨੇ ਦਾ ਹੈਗਾ ਵਾ ਇਹ ਵੇਚ ਲਿਓ, ਤੇ ਜਿਹੜੇ ਕੋਈ ਰਹਿੰਦੇ ਆ ਮੈਨੂੰ ਦੱਸਿਓ, ਮੈਂ ਜਨਾਜ਼ਾ ਹੋ ਲੈਣ ਦਿਓ, ਉਸ ਤੋਂ ਬਾਅਦ ਮੈਂ ਆਪਣੇ ਘਰ ਜਾਵਾਂਗੀ। ਮੇਰੇ ਕੋਲ ਹੋਰ ਵੀ ਸੋਨਾ ਪਿਆ ਵਾ, ਤੇ ਉਹ ਮੈਂ ਸੋਨਾ ਲਿਆ ਕੇ ਤੁਹਾਨੂੰ ਦੇ ਦਾਂਗੀ, ਜਿੰਨੇ ਦਾ ਹੋਇਆ ਜਾਂ ਜਿੰਨੇ ਦੇ ਪੈਸੇ ਬਣਦੇ ਹੋਏ ਮੈਂ ਤੁਹਾਨੂੰ ਦੇ ਦਾਂਗੀ, ਮੇਰੇ ਪਿਓ ਦਾ ਜਨਾਜ਼ਾ ਹੋ ਲੈਣ ਦਿਓ। ਜਦੋਂ ਇਹ ਗੱਲ ਉਹ ਕੁੜੀ ਨੇ ਉੱਥੇ ਜਾ ਕੇ ਕੀਤੀ, ਉਹ ਬਾਬੇ ਨੇ ਉਹਦੇ ਉਹ ਹਾਰ ਜੇ ਵੀ ਫੜ ਲਏ ਤੇ ਉਹ ਸਾਰਾ ਕੁਝ ਫੜ ਲਿਆ। ਉਹ ਫੜ ਕੇ ਤੇ ਬਾਬੇ ਨੇ ਇੱਕ ਝੋਲਾ ਕੱਢਿਆ, ਉਹਦੇ ਕੋਲ ਝੋਲਾ ਪਿਆ ਸੀ ਇੱਕ, ਉਹ ਝੋਲਾ ਨੇ ਚੁੱਕਿਆ ਤੇ ਉਹਨੇ ਉਹ ਕੁੜੀ ਦੇ ਅੱਗੇ ਰੱਖਤਾ। ਉਹ ਬੰਦੇ ਸਾਰੇ ਮਾਜਰਾ, ਉੱਥੇ ਕੋਈ ਚੰਦ ਕੁ ਬੰਦੇ ਸੀ, ਉਹ ਮਾਜਰਾ ਦੇਖਣ ਲੱਗ ਪਏ। ਉਹਨੇ ਕਿਹਾ ਇਹ ਕੀ ਹੋਇਆ। ਉਹ ਬਾਬੇ ਨੇ ਇਹ ਗੱਲ ਕਹੀ, ਉਹਨੇ ਕਿਹਾ ਧੀਏ ਆ ਜਿਹੜਾ 20 ਲੱਖ ਰੁਪਈਆ ਇਹਦੇ ਵਿੱਚ ਆ ਨਾ, ਇਹ ਤੇਰਾ। ਉਹਨੇ ਕਿਹਾ ਬਾਬਾ ਜੀ ਤੁਸੀਂ ਪਹਿਲੋਂ ਕਹਿਣ ਦੇ ਸੀ ਮੈਂ ਬਾਬੇ ਕੋਲ 20 ਲੱਖ ਰੁਪਈਆ ਲੈਣਾ, ਹੁਣ ਤੁਸੀਂ ਮੈਨੂੰ ਦੇਣ ਦੇ। ਉਹਨੇ ਕਿਹਾ ਧੀਏ ਗੱਲ ਐਵੇਂ ਆ ਕਿ ਇਹ ਬਾਬੇ ਕੋਲੋਂ ਮੈਂ ਉਧਾਰ ਰਹਿੰਦਾ ਹੁੰਦਾ ਸੀ, 20 ਲੱਖ ਰੁਪਈਆ ਬਣ ਗਿਆ ਮੇਰੇ ਵੱਲ ਇਹਦਾ, ਹੁਣ ਇਹ ਫੌਤ ਹੋ ਗਿਆ। ਇਹ ਗੱਲ ਦਾ ਨਾ ਇਹਦੇ ਪੁੱਤਰਾਂ ਨੂੰ ਪਤਾ ਵਾ, ਨਾ ਧੀਏ ਤੈਨੂੰ ਪਤਾ ਵਾ, ਤੂੰ ਧੀ ਆ।
ਤੇ ਜਦੋਂ ਇਹ ਮੈਂ ਇਸੇ ਵਾਸਤੇ ਮੈਂ ਐਲਾਨ ਇੱਥੇ ਜਦੋਂ ਇਹਨਾਂ ਨੇ ਕੀਤਾ ਤੇ ਮੈਂ ਹੱਥ ਖੜਾ ਕੀਤਾ ਸੀ। ਮੈਂ ਕਿਹਾ ਅੱਜ ਵੇਖੀਏ ਸਹੀ, ਜਿਨ੍ਹਾਂ ਨੂੰ ਤੁਹਾਡਾ ਪਿਓ ਸਾਰੀ ਉਮਰ ਐਸ਼ ਕਰਾਉਂਦਾ ਰਿਹਾ, ਚੰਗੀ ਯੂਨੀਵਰਸਿਟੀਆਂ 'ਚ ਪੜ੍ਹਾਇਆ, ਚੰਗੇ ਖਾਣੇ ਦਾਣੇ, ਜਦੋਂ ਬੜਾ ਇਹਨਾਂ ਨੂੰ ਐਸ਼ ਇਸ਼ਰਤ ਕਰਵਾਈ ਆ, ਜ਼ਮੀਨ ਬੜੀ ਆ, ਤੇ ਹੁਣ ਤੇ ਤੁਹਾਡੇ ਪਿਓ ਨਾਲ ਮਰਨ ਤੋਂ ਬਾਅਦ ਕੀ ਸਲੂਕ ਕਰਦੇ ਆ। ਤੇ ਆ 20 ਲੱਖ ਰੁਪਈਆ ਤੇਰਾ, ਉਹ ਧੀ ਨੂੰ ਉਹਨੇ ਪੈਸੇ ਦਿੱਤੇ ਤੇ ਘਰ ਨੂੰ ਤੋਰਤਾ ਤੇ ਉਹ ਜਨਾਜ਼ਾ ਉਹਦਾ ਹੋ ਗਿਆ। ਮਕਸਦ ਇਹ ਕਹਿਣ ਦਾ ਵਾ ਕਿ ਆਪਾਂ ਬੜੀਆਂ ਖੁਸ਼ੀਆਂ ਮਨਾਉਂਦੇ ਹਾਂ ਪੁੱਤਰ ਜੰਮੇ, ਤੇ ਧੀ ਦੀ ਵਾਰੀ ਆਪਾਂ ਚੁੱਪ ਹੋ ਜਾਂਦੇ ਹਾਂ। ਉਹ ਇਸੇ ਤਰ੍ਹਾਂ ਹੀ ਇੱਕ ਹੋਰ ਗੱਲ ਤੁਹਾਨੂੰ ਸੁਣਾਉਣਾ ਚਾਹੁੰਦਾ ਵਾਂ ਕਿ ਚੰਦ ਕੁ ਲਾਈਨਾਂ ਮੈਂ ਲਿਖੀਆਂ ਕਿ ਮਾਂ ਬਾਗ ਦੀ ਰਾਖੀ ਕਰਨ ਵਾਲਾ ਮਾਲੀ ਖੋ ਗਿਆ, ਮਾਂ ਬਾਗ ਦੀ ਰਾਖੀ ਕਰਨ ਵਾਲਾ ਮਾਲੀ ਖੋ ਗਿਆ, ਤੇਰੇ ਜਾਣ ਤੋਂ ਬਾਅਦ ਘਰ ਖਾਲੀ ਹੋ ਗਿਆ। ਉਹ ਇਸੇ ਤਰ੍ਹਾਂ ਇੱਕ ਧੀ ਸੀ ਤੇ ਇੱਕ ਪੁੱਤ ਸੀ, ਇੱਕ ਮਾਈ ਦਾ। ਉਹਦਾ ਬੰਦਾ, ਉਹ ਬੱਚੇ ਛੋਟੇ ਛੋਟੇ ਹੁੰਦੇ ਉਦੋਂ ਬਚਪਨ 'ਚ ਫੌਤ ਹੋ ਜਾਂਦੇ, ਉਹਦਾ ਪਿਓ ਨਾ ਬਚਪਨ 'ਚ ਫੌਤ ਹੋ ਜਾਂਦਾ, ਬੱਚੇ ਛੋਟੇ ਛੋਟੇ ਹੁੰਦੇ 5-5 ਸਾਲਾਂ ਦੇ। ਤੇ ਉਹ ਮਾਈ ਦਿਹਾੜੀ ਦੱਪਾ ਇੱਧਰ ਉੱਧਰ ਕਰ ਕੁਰ ਕੇ ਨਾ ਉਹਨਾਂ ਨੂੰ ਉਹਨੇ ਪਾਲ ਲਿਆ। ਆਖਰ ਉਹਨਾਂ ਨੇ ਨਾ, ਉਹਦੇ ਮਾਈ ਨੇ ਨਾ ਕੋਈ ਥੋੜ੍ਹੇ ਥੋੜ੍ਹੇ ਪੈਸੇ ਜੋੜ ਕੇ ਤੇ ਘਰ ਦਾ ਸਾਰਾ ਸੋਹਣਾ ਸਮਾਨ ਬਣਾ ਦਿੱਤਾ। ਉਹ ਧੀ ਵਿਆਹਤੀ ਔਖਿਆਂ ਸੌਖਿਆਂ ਹੋ ਕੇ, ਜਿਵੇਂ ਵੀ ਆ ਗੁਰਬਤ ਦੇ ਵਿੱਚ ਹੀ। ਉਹ ਹੁਣ ਪੁੱਤ ਵੀ, ਉਹਦਾ ਵੀ ਵਿਆਹ ਕਰਤਾ। ਪੁੱਤ ਦੇ ਵਿਆਹ ਕਰਨ ਤੋਂ ਠੀਕ 3 ਮਹੀਨਿਆਂ ਬਾਅਦ ਉਹ ਮਾਂ ਟੁੱਟ ਜਾਂਦੀ, ਦੁਨੀਆ ਤੋਂ ਚਲੀ ਜਾਂਦੀ ਆ, ਉਹ ਫੌਤ ਹੋ ਜਾਂਦੀ ਆ। ਉਹ ਜਦੋਂ ਫੌਤ ਹੋ ਜਾਂਦੀ ਹੈ ਨਾ, ਤੇ ਉਹ ਨੂੰਹ ਜਿਹੜੀ ਨਵੀਂ ਆਈ ਹੁੰਦੀ ਆ, ਉਹ ਹੁਣ ਤੈਨੂੰ ਪਤਾ ਨੂੰਹਾਂ ਦੇ ਹਿਸਾਬ ਕਿਤਾਬ ਉਹਨਾਂ ਨੇ ਉਹ ਬੰਦਿਆਂ ਨੂੰ ਗੱਲਾਂ 'ਚ ਲਾ ਲੈਣਾ। ਉਹਨੇ ਉਹਦੇ ਨਾਲ ਸਲਾਹ ਕੀਤੀ ਕਿ ਆ ਮਾਈ ਦਾ ਜਿਹੜਾ ਪੁਰਾਣਾ ਸਮਾਨ ਪਿਆ ਵਾ ਇਹ ਵੇਚ ਦਈਏ, ਕਿਉਂਕਿ ਇਹਦੇ ਨਾਲ ਘਰ ਦੀ ਰੌਣਕ ਖਰਾਬ ਹੁੰਦੀ ਆ, ਪਰ ਡੈਕੋਰੇਸ਼ਨ ਆਪਣੇ ਘਰ ਦੀ ਖਰਾਬ ਹੁੰਦੀ ਹੈ, ਤਾਂ ਆਪਾਂ ਨਵਾਂ ਸਮਾਨ ਲੈ ਕੇ ਆਵਾਂਗੇ। ਉਹਨੇ ਕਿਹਾ ਠੀਕ ਆ, ਉਹਦੀਆਂ ਗੱਲਾਂ 'ਚ ਆ ਗਿਆ, ਉਹਨੇ ਵੇਚ ਦਿੱਤਾ। ਉਹ ਹੁਣ ਧੀ ਜਦੋਂ ਉਹ ਘਰ ਜਾਂਦੀ ਆ ਉੱਥੇ, ਤੇ ਉਹ ਜਾ ਕੇ ਵੇਖਦੀ ਆ, ਉਹ ਕਹਿੰਦੀ ਆ ਕਿ ਘਰ ਦੇ ਵਿੱਚ ਮਾਂ ਦਾ ਜਿਹੜਾ ਨਾ ਉਹਦਾ ਸਮਾਨ ਹੁੰਦਾ ਵਾ ਨਾ, ਉਹ ਮਾਂ ਦਾ ਸਮਾਨ ਕੋਈ ਨਹੀਂ ਹੁੰਦਾ, ਜਿਹੜਾ ਉਹਨੇ ਉਹ ਥੋੜ੍ਹੇ ਥੋੜ੍ਹੇ ਪੈਸੇ ਜੋੜ ਕੇ ਬਣਾਇਆ ਹੁੰਦਾ ਨਾ, ਉਹ ਸਮਾਨ ਕੋਈ ਨਹੀਂ ਹੁੰਦਾ। ਤੇ ਉਹ ਫਿਰ ਜਦੋਂ ਘਰ ਜਾਂਦੀ ਆ ਨਾ, ਤੇ ਘਰ ਜਾ ਕੇ ਉਹ ਚੰਦ ਕੁ ਲਾਈਨਾਂ ਜਿਹੜੀਆਂ ਨਾ ਉਹ ਲਿਖਦੀ ਆ, ਤੇ ਮੈਂ ਤੁਹਾਨੂੰ ਉਹਦੀ ਰਾਹੀਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨੀ ਆ। ਅਗਰ ਚੰਗੇ ਲੱਗੇ ਤੇ ਕਮੈਂਟ ਵਿੱਚ ਦੱਸਣਾ ਕਿ ਗੱਲ ਸੱਚੀ ਆ। ਉਹ ਧੀ ਹੁਣ ਕੀ ਹੱਡ ਬੀਤੀ ਬਿਆਨ ਕਰਦੀ ਆਪਣੀ। ਧੀ ਕਹਿੰਦੀ ਆ ਕਿ ਮਾਂ ਬਾਗ ਦੀ ਰਾਖੀ ਕਰਨ ਵਾਲਾ ਮਾਲੀ ਖੋ ਗਿਆ, ਮਾਂ ਬਾਗ ਦੀ ਰਾਖੀ ਕਰਨ ਵਾਲਾ ਮਾਲੀ ਖੋ ਗਿਆ, ਤੇਰੇ ਜਾਣ ਤੋਂ ਬਾਅਦ ਘਰ ਖਾਲੀ ਹੋ ਗਿਆ। ਸਾਰੀ ਸਾਰੀ ਰਾਤ ਜਾ ਕੇ ਤੂੰ ਮਿਹਨਤ ਕੀਤੀ, ਸਾਰੀ ਸਾਰੀ ਰਾਤ ਜਾ ਕੇ ਤੂੰ ਮਿਹਨਤ ਕੀਤੀ, ਮੈਂ ਦੱਸ ਰਹੀ ਹਾਂ ਤੇਰੀ ਹੱਡ ਬੀਤੀ। ਦਿਨ ਕੱਟ ਕੇ ਗਰੀਬੀ 'ਚ ਤੂੰ ਸਾਡੀ ਹਰ ਇੱਕ ਰੀਝ ਪਕਾਉਂਦੀ ਰਹੀ, ਖੁਦ ਗਿੱਲੇ ਥਾਵੇਂ ਸੌਂਦੀ ਸੀ, ਸਾਨੂੰ ਸੁੱਕੇ ਥਾਵੇਂ ਪਾਉਂਦੀ ਰਹੀ। ਤੂੰ ਆਪਣੇ ਸੁਪਨੇ ਮਾਰ ਕੇ ਸਾਨੂੰ ਚਾਵਾਂ ਨਾਲ ਪੜ੍ਹਾਇਆ ਸੀ, ਤੂੰ ਆਪਣੇ ਸੁਪਨੇ ਮਾਰ ਕੇ ਸਾਨੂੰ ਚਾਵਾਂ ਨਾਲ ਪੜ੍ਹਾਇਆ ਸੀ। ਕਹਿੰਦੀ ਮੈਨੂੰ ਅੱਜ ਵੀ ਯਾਦ ਆ, ਧੀ ਕਹਿੰਦੀ ਕਿ ਮੈਨੂੰ ਅੱਜ ਵੀ ਯਾਦ ਆ, ਤੂੰ ਪੰਜੀ ਜੋੜ ਕੇ ਘਰ ਦਾ ਕੱਲਾ ਕੱਲਾ ਸਮਾਨ ਬਣਾਇਆ ਸੀ। ਕਹਿੰਦੀ ਉਹ ਕਰਦੇ ਨੇ ਤੇਰੀ ਰੂਹ ਨੂੰ ਸੇਕਤਾ, ਕਹਿੰਦੀ ਉਹ ਕਰਦੇ ਨੇ ਤੇਰੀ ਰੂਹ ਨੂੰ ਸੇਕਤਾ, ਤੇਰੇ ਆਪਣੇ ਨੂੰਹ ਪੁੱਤ ਨੇ ਮਾਂ ਤੇਰਾ ਸਮਾਨ ਹੀ ਵੇਚਤਾ। ਕਹਿੰਦੀ ਮਾਂ ਤੂੰ ਕਿਉਂ ਮੇਰੇ ਤੋਂ ਪਹਿਲੋਂ ਚਲੀ ਗਈ, ਇਹੀ ਦੁੱਖ ਮੈਨੂੰ ਰਹਿਣਾ ਏ। ਕਹਿੰਦੀ ਮਾਂ ਤੂੰ ਕਿਉਂ ਮੇਰੇ ਤੋਂ ਪਹਿਲੋਂ ਚਲੀ ਗਈ, ਇਹੀ ਦੁੱਖ ਮੈਨੂੰ ਰਹਿਣਾ ਏ। ਜਦੋਂ ਤੱਕ ਮੇਰੇ ਸਾਹ ਚੱਲਦੇ ਨੇ ਮਾਂ ਤੇਰਾ ਚੇਤਾ ਆਉਂਦਾ ਰਹਿਣਾ ਏ, ਤੇਰਾ ਚੇਤਾ ਆਉਂਦਾ ਰਹਿਣਾ ਏ। ਭਾਈ ਇੱਕ ਚੰਦ ਕੁ ਹੋਰ ਲੈਣਾ ਮਾਂ ਵਾਸਤੇ, ਅਗਰ ਚੰਗੀਆਂ ਲੱਗਣ ਤੇ ਇਹ ਵੀ ਸ਼ੇਅਰ ਜ਼ਰੂਰ ਕਰਿਓ।